कि रजिस्ट्री करवाउण दा प्रोसैस की आ, किन्नी क जरूरी है रजिस्ट्री करवाउणी? ਅੱਜ ਦੇ ਟਾਈਮ ਦੇ ਵਿੱਚ ਸੇਲ ਡੀਡ ਕਰਨ ਤੋਂ ਪਹਿਲਾਂ ਆਨਲਾਈਨ ਉਹਦਾ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਹੈ। ਤੁਹਾਡੇ ਡਾਕੂਮੈਂਟਸ ਨਾਲ ਲੱਗਣੇ, ਜਿਵੇਂ ਆਧਾਰ ਕਾਰਡ ਹੋ ਗਿਆ, ਪੈਨ ਕਾਰਡ ਹੋ ਗਿਆ, ਇੱਦਾਂ ਹੀ ਗਵਾਹਾਂ ਦੇ ਆਧਾਰ ਕਾਰਡ, ਪੈਨ ਕਾਰਡ, ਖਰੀਦਣ ਵਾਲੇ ਦਾ, ਇਹ ਸਾਰੇ ਅਪਲੋਡ ਕਰਨ ਤੋਂ ਬਾਅਦ ਤੁਹਾਨੂੰ ਆਨਲਾਈਨ ਡੇਟ ਮਿਲ ਜਾਂਦੀ ਹੈ, ਟਾਈਮ ਮਿਲ ਜਾਂਦਾ ਕਿ ਫਲਾਣੀ ਤਰੀਕ ਨੂੰ ਇੰਨੇ ਵਜੇ ਜਾ ਕੇ ਤੁਸੀਂ ਸਬ ਰਜਿਸਟਰ ਦੇ ਦਫ਼ਤਰ 'ਚ ਆਪਣਾ ਡਾਕੂਮੈਂਟ ਰਜਿਸਟਰ ਕਰਾ ਸਕਦੇ। ਆਲੂਵਾਲੇ ਸਾਹਿਬ, ਜਿਸ ਤਰ੍ਹਾਂ ਦੇ ਨਾਲ ਇੱਕ ਜ਼ਮੀਨ ਜਾਇਦਾਦ ਦੀ ਰਜਿਸਟਰੀ ਹੁੰਦੀ ਹੈ ਜਾਂ ਕਿਸੇ ਦੀ ਕੋਈ ਘਰ ਦੀ ਰਜਿਸਟਰੀ ਕਰਵਾਉਂਦਾ ਹੈ, ਇਸ ਤੋਂ ਇਲਾਵਾ ਇੱਕ ਬਲੱਡ ਰਿਲੇਸ਼ਨ ਦੇ ਵਿੱਚ ਵੀ ਰਜਿਸਟਰੀ ਹੁੰਦੀ ਹੈ, ਉਹਦਾ ਕੀ ਪ੍ਰੋਸੈਸ ਹੈ? ਕੌਣ ਲੋਕ ਉਹਦੇ ਵਿੱਚ ਸ਼ਾਮਲ ਹੋ ਸਕਦੇ? ਧਰਮਿੰਦਰ ਜੀ, ਬਲੱਡ ਰਿਲੇਸ਼ਨ ਦੇ ਵਿੱਚ ਪਹਿਲਾਂ ਤਾਂ ਸਿਰਫ ਫਸਟ ਰਿਲੇਸ਼ਨ 'ਚ ਹੀ ਰੱਖਿਆ ਗਿਆ ਸੀਗਾ ਜੀ। ਹੁਣ ਲਗਭਗ ਸਾਰੇ ਰਿਸ਼ਤੇਦਾਰੀ 'ਚ ਬਲੱਡ ਰਿਲੇਸ਼ਨ ਦੀ ਰਜਿਸਟਰੀ। ਇਹਦੇ 'ਚ ਨਾ ਤਾਂ ਕੋਈ ਸਟਾਮ ਲੱਗਦਾ ਜੀ, ਨਾ ਸਰਕਾਰੀ ਫੀਸ ਲੱਗਦੀ ਹੈ। ਸਿਰਫ ਜੋ ਕੰਪਿਊਟਰ ਦੇ ਖਰਚੇ ਹੈ ਜਾਂ PLRS ਦੇ ਜਿਹੜੇ ਖਰਚੇ ਹੈਗੇ ਆ ਉਹੀ ਲੱਗਦੇ ਆ। ਕੋਈ ਇਹੋ ਜਿਹਾ ਪ੍ਰੋਸੈਸ ਵੀ ਹੈਗਾ ਹੈ ਕਿ ਬੰਦਾ ਬਾਹਰ ਵਿਦੇਸ਼ ਦੇ ਵਿੱਚ ਆ, ਉਸਨੇ ਜ਼ਮੀਨ ਖਰੀਦਣੀ ਜਾਂ ਵੇਚਣੀ ਆ, ਉਹ ਕਿਸ ਪ੍ਰੋਸੈਸ ਦੇ ਨਾਲ ਕਰਵਾ ਸਕਦਾ? ਉਹ ਵੇਚ ਸਕਦਾ, ਉੱਥੋਂ ਆਪਣਾ ਮੁਖਤਿਆਰਨਾਮਾ ਭੇਜੇ ਜੀ। ਇੱਥੇ ਆ ਕੇ ਕਮਿਸ਼ਨਰ ਤੋਂ ਜਾਂ ਡਿਪਟੀ ਕਮਿਸ਼ਨਰ ਤੋਂ ਮੁਖਤਿਆਰਨਾਮਾ ਇੰਬੋਸ ਹੋ ਜਾਂਦਾ ਜੀ। ਇੰਬੋਸ ਹੋਣ ਤੋਂ ਬਾਅਦ ਉਸ ਵਿਅਕਤੀ ਨੂੰ ਜਿਹਦੇ ਨਾਮ 'ਤੇ ਮੁਖਤਿਆਰਨਾਮਾ ਭੇਜਿਆ ਹੁੰਦਾ, ਉਹਨੂੰ ਉਹਦੇ ਸਾਰੇ ਹੱਕ ਹਕੂਕ ਮਿਲ ਜਾਂਦੇ ਆ। ਤੇ ਨਾਲ ਹੀ ਗੱਲ ਕੀਤੀ ਜਾਵੇ ਇੰਤਕਾਲ ਦੀ, ਤਾਂ ਇੰਤਕਾਲ ਕਿੰਨੇ ਕੁ ਸਮੇਂ ਦੇ ਵਿੱਚ ਦਰਜ ਹੋ ਜਾਂਦਾ ਹੈ ਤੇ ਕਿੰਨਾ ਕੁ ਜ਼ਰੂਰੀ ਹੈ ਇੰਤਕਾਲ ਰਜਿਸਟਰੀ ਤੋਂ ਬਾਅਦ? ਧਰਮਿੰਦਰ ਜੀ, ਅੱਜ ਕੱਲ੍ਹ ਇੰਤਕਾਲ ਦੀ ਫੀਸ ਰਜਿਸਟਰੀ ਵੇਲੇ ਹੀ ਲੈ ਲਿੱਤੀ ਜਾਂਦੀ ਹੈ ਜੀ। ਇਹ ਪਿਛਲੇ 15-20 ਸਾਲਾਂ ਤੋਂ ਸਰਕਾਰ ਨੇ ਹੁਕਮ ਕਰਤੇ ਸੀਗੇ। ਸਤਿ ਸ਼੍ਰੀ ਅਕਾਲ। ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ.com ਕਾਨੂੰਨ ਜਾਇਦਾਦ ਦਾ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ। ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ 'ਤੇ ਗੱਲ ਕੀਤੀ ਜਾਂਦੀ ਹੈ। ਮੁੱਦੇ ਜੁੜੇ ਹੁੰਦੇ ਨੇ ਜ਼ਮੀਨ ਜਾਇਦਾਦ ਦੇ ਨਾਲ, ਮਸਲਿਆਂ 'ਤੇ ਗੱਲ ਕਰਦੇ ਹਾਂ, ਸੁਲਝਾਉਣ ਦੀ ਕੋਸ਼ਿਸ਼ ਕਰਦੇ ਹਾਂ। ਪ੍ਰੋਗਰਾਮ ਦਾ ਸਾਡੇ ਨਾਲ ਹਿੱਸਾ ਬਣਦੇ ਨੇ ਨਾਇਬ ਤਹਿਸੀਲਦਾਰ ਜੋ ਰਿਟਾਇਰਡ ਨੇ, ਗੁਰਪ੍ਰਤਾਪ ਸਿੰਘ ਆਹਲੂਵਾਲੀਆ। ਆਹਲੂਵਾਲੀਆ ਸਾਹਿਬ ਅੱਜ ਵੀ ਸਾਡੇ ਨਾਲ ਮੌਜੂਦ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਵਾਗਤ ਹੈ ਸਰ ਤੁਹਾਡਾ ਜੀ। ਕਾਲ ਜੀ। D5 ਚੈਨਲ ਪੰਜਾਬੀ ਦੇ ਦਰਸ਼ਕਾਂ ਦਾ ਸਵਾਗਤ ਕਰਦਾ। ਆਹਲੂਵਾਲੀਆ ਸਾਹਿਬ, ਅੱਜ ਦਾ ਜਿਹੜਾ ਪ੍ਰੋਗਰਾਮ ਆ ਰਜਿਸਟਰੀ ਨੂੰ ਲੈ ਕੇ ਕਰਾਂਗੇ ਕਿ ਰਜਿਸਟਰੀ ਦਾ ਕੀ ਪ੍ਰੋਸੈਸ ਹੁੰਦਾ ਹੈ, ਰਜਿਸਟਰੀ ਕਿਸ ਤਰ੍ਹਾਂ ਦੇ ਨਾਲ ਕਰਵਾਈ ਜਾਂਦੀ ਹੈ, ਕੌਣ ਲੋਕ ਉਹਦੇ ਵਿੱਚ ਸ਼ਾਮਲ ਹੁੰਦੇ ਨੇ, ਕੀ ਕਾਗਜ਼ ਪੱਤਰ ਲੱਗਦੇ ਨੇ। ਸਭ ਤੋਂ ਪਹਿਲਾਂ ਇਹੀ ਕਿ ਰਜਿਸਟਰੀ ਕਰਵਾਉਣ ਦਾ ਪ੍ਰੋਸੈਸ ਕੀ ਆ, ਕਿੰਨੀ ਕੁ ਜ਼ਰੂਰੀ ਹੈ ਰਜਿਸਟਰੀ ਕਰਵਾਉਣੀ? ਧਰਮਿੰਦਰ ਜੀ, ਰਜਿਸਟਰੀ ਜਿਹੜੀ ਹੈ ਕਈ ਕਿਸਮ ਦੀ ਹੁੰਦੀ ਹੈ ਜੀ। ਇੱਕ ਤਾਂ ਬੈ ਦੀ ਰਜਿਸਟਰੀ ਹੁੰਦੀ ਹੈ ਜਿਹਨੂੰ ਆਪਾਂ ਸੇਲ ਡੀਡ ਕਹਿੰਦੇ ਹਾਂ ਜੀ। ਇੱਕ ਗਿਫਟ ਡੀਡ ਹੁੰਦੀ ਹੈ ਜਿਹਨੂੰ ਆਪਾਂ ਤੋਹਫੇ ਦੇ ਤੌਰ 'ਤੇ ਦਿੱਤੀ ਜਾਇਦਾਦ ਦਾ ਹੁੰਦਾ ਜੀ। ਇੱਕ ਰਹਿਣਨਾਮਾ ਹੁੰਦਾ। ਇਸ ਤਰ੍ਹਾਂ ਕਈ ਕਿਸਮ ਦੀਆਂ ਰਜਿਸਟਰੀਆਂ ਹੁੰਦੀਆਂ। ਜਿਹੜੀ ਸੇਲ ਡੀਡ ਹੁੰਦੀ ਹੈ, ਅੱਜ ਦੇ ਟਾਈਮ ਦੇ ਵਿੱਚ ਸੇਲ ਡੀਡ ਕਰਨ ਤੋਂ ਪਹਿਲਾਂ ਆਨਲਾਈਨ ਉਹਦਾ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਹੈ ਜੀ। ਕਿਸੇ ਵੀ ਵਸੀਕਾ ਨਿਵੇਸ਼ ਕੋਲ ਜਾ ਕੇ ਤੁਸੀਂ ਆਪਣਾ ਡਾਕੂਮੈਂਟ ਲਿਖਾ ਲੈਂਦੇ ਹੋ। ਲਿਖਾਉਣ ਤੋਂ ਬਾਅਦ ਤੁਸੀਂ ਆਨਲਾਈਨ ਪੋਰਟਲ 'ਤੇ ਜਾ ਕੇ ਉਸ ਡਾਕੂਮੈਂਟ ਦੀ ਜਿਹੜੀ ਹੈਗੀ ਹੈ ਕਾਪੀ ਅਪਲੋਡ ਕਰਦੇ ਹੋ ਜੀ। ਸਣੇ ਜਿਹੜੇ ਤੁਹਾਡੇ ਡਾਕੂਮੈਂਟਸ ਨਾਲ ਲੱਗਣੇ, ਜਿਵੇਂ ਆਧਾਰ ਕਾਰਡ ਹੋ ਗਿਆ, ਪੈਨ ਕਾਰਡ ਹੋ ਗਿਆ, ਇੱਦਾਂ ਹੀ ਗਵਾਹਾਂ ਦੇ ਆਧਾਰ ਕਾਰਡ, ਪੈਨ ਕਾਰਡ, ਖਰੀਦਣ ਵਾਲੇ ਦਾ ਜਿਹੜਾ ਹੈਗਾ ਆਧਾਰ ਕਾਰਡ, ਪੈਨ ਕਾਰਡ। ਗਵਾਹਾਂ ਦੇ ਪੈਨ ਕਾਰਡ ਨਹੀਂ ਲੱਗਦੇ, ਗਵਾਹਾਂ ਦੇ ਆਧਾਰ ਕਾਰਡ ਲੱਗਦੇ ਆ ਜੀ। ਅਤੇ ਸ਼ਨਾਖਤ ਵਜੋਂ ਸਬੂਤ, ਠੀਕ ਹੈ। ਇਹ ਸਾਰੇ ਅਪਲੋਡ ਕਰਨ ਤੋਂ ਬਾਅਦ ਤੁਹਾਨੂੰ ਆਨਲਾਈਨ ਡੇਟ ਮਿਲ ਜਾਂਦੀ ਹੈ, ਟਾਈਮ ਮਿਲ ਜਾਂਦਾ
ਕਿ ਫਲਾਣੀ ਤਰੀਕ ਨੂੰ ਇੰਨੇ ਵਜੇ ਜਾ ਕੇ ਤੁਸੀਂ ਸਬ ਰਜਿਸਟਰ ਦੇ ਦਫ਼ਤਰ 'ਚ ਆਪਣਾ ਡਾਕੂਮੈਂਟ ਰਜਿਸਟਰ ਕਰਾ ਸਕਦੇ ਹੋ ਜੀ, ਜਿਹਦੇ ਨਾਲ ਲੋਕਾਂ ਦੀ ਖੱਜਲ ਖੁਆਰੀ ਬਚਦੀ ਹੈ। ਲੋਕ ਟਾਈਮ ਸਿਰ ਜਾਂਦੇ ਆ, ਟਾਈਮ 'ਤੇ ਉਹਨਾਂ ਦਾ ਕੰਮ ਹੋ ਜਾਂਦਾ ਜੀ। ਇਹਦੇ ਵਾਸਤੇ ਇੱਕ ਤਾਂ ਵੇਚਣ ਵਾਲਾ ਜਿਹੜਾ ਬੰਦਾ ਹੈ ਉਹ ਜ਼ਰੂਰ ਚਾਹੀਦਾ ਜੀ, ਉਹ ਖੁਦ ਹੋਵੇ ਜਾਂ ਉਹਦਾ ਮੁਖਤਿਆਰੇ ਆਮ ਜੀ, ਹੋਵੇ, ਜਿਹਨੂੰ ਮੁਖਤਿਆਰਨਾਮਾ ਦਿੱਤਾ ਗਿਆ ਹੋਵੇ। ਮੁਖਤਿਆਰਨਾਮੇ ਦੀ ਅਸਲ ਕਾਪੀ ਉਹਦੇ ਕੋਲ ਹੋਣੀ ਚਾਹੀਦੀ ਹੈ। ਫਿਰ ਵੇਚਣ ਵਾਲੇ ਦਾ ਆਧਾਰ ਕਾਰਡ, ਉਸ ਦਾ ਪੈਨ ਕਾਰਡ, ਇੱਦਾਂ ਹੀ ਮੁਖਤਿਆਰਨਾਮੇ ਜਿਹਨੇ ਮੁਖਤਿਆਰਨਾਮਾ ਲਿੱਤਾ ਹੋਇਆ ਉਹਦਾ ਆਧਾਰ ਕਾਰਡ ਅਤੇ ਪੈਨ ਕਾਰਡ ਜੀ ਲੱਗੇਗਾ। ਅਤੇ ਇਸ ਅੱਜ ਕੱਲ੍ਹ ਜੇ ਹੈ ਖਰੀਦਦਾਰ ਦੀ ਵੀ ਹਾਜ਼ਰੀ ਜਿਹੜੀ ਹੈ ਕਈ ਥਾਵਾਂ 'ਤੇ ਲਾਜ਼ਮੀ ਕਰ ਦਿੱਤੀ ਹੈ, ਕਿਉਂਕਿ ਕਈ ਵਾਰ ਕੱਪੜੇ ਹੋ ਜਾਂਦੇ ਆ ਅਤੇ ਖਰੀਦਦਾਰ ਦੀ ਵੀ ਉੱਥੇ ਸਬ ਰਜਿਸਟਰਾਰ ਦੇ ਕੋਲ ਫੋਟੋ ਹੁੰਦੀ ਹੈ ਜੀ, ਉਹਦਾ ਵੀ ਆਧਾਰ ਕਾਰਡ ਅਤੇ ਪੈਨ ਕਾਰਡ ਲੱਗਦਾ ਜੀ। ਠੀਕ ਹੈ। 20,000 ਤੋਂ ਉੱਤੇ ਤੁਸੀਂ ਕੈਸ਼ ਜਿਹੜਾ ਹੈਗਾ ਰਜਿਸਟਰੀ 'ਚ ਨਹੀਂ ਦੇ ਸਕਦੇ। ਜੇ ਕੈਸ਼ ਦਿੰਦੇ ਹੋ ਤਾਂ ਉਹਦੇ 'ਤੇ ਫਿਰ ਤੁਹਾਨੂੰ ਇਨਕਮ ਟੈਕਸ ਦਾ 10% ਜਿਹੜਾ ਹੈਗਾ ਉਹ ਕਟੌਤੀ ਕਰਕੇ ਜਮ੍ਹਾਂ ਕਰਾਉਣੇ ਪੈਂਦੇ ਆ। ਜੀ, ਅਲਵਾਲੇ ਸਾਹਿਬ, ਜਿਸ ਤਰ੍ਹਾਂ ਦੇ ਨਾਲ ਇੱਕ ਜ਼ਮੀਨ ਜਾਇਦਾਦ ਦੀ ਰਜਿਸਟਰੀ ਹੁੰਦੀ ਹੈ ਜਾਂ ਕਿਸੇ ਦੀ ਕੋਈ ਘਰ ਦੀ ਰਜਿਸਟਰੀ ਕਰਵਾਉਂਦਾ ਹੈ, ਇਸ ਤੋਂ ਇਲਾਵਾ ਇੱਕ ਬਲੱਡ ਰਿਲੇਸ਼ਨ ਦੇ ਵਿੱਚ ਵੀ ਰਜਿਸਟਰੀ ਹੁੰਦੀ ਹੈ, ਉਹਦਾ ਕੀ ਪ੍ਰੋਸੈਸ ਹੈ? ਕੌਣ ਲੋਕ ਉਹਦੇ ਵਿੱਚ ਸ਼ਾਮਲ ਹੋ ਸਕਦੇ ਨੇ? ਧਰਮਿੰਦਰ ਜੀ, ਬਲੱਡ ਰਿਲੇਸ਼ਨ ਦੇ ਵਿੱਚ ਪਹਿਲਾਂ ਤਾਂ ਸਿਰਫ ਫਸਟ ਰਿਲੇਸ਼ਨ 'ਚ ਹੀ ਰੱਖਿਆ ਗਿਆ ਸੀਗਾ ਜੀ। ਹੁਣ ਲਗਭਗ ਸਾਰੇ ਰਿਸ਼ਤੇਦਾਰੀ 'ਚ ਬਲੱਡ ਰਿਲੇਸ਼ਨ ਦੀ ਰਜਿਸਟਰੀ ਹੋ ਸਕਦੀ ਹੈ। ਉਹਦੇ 'ਚ ਜਿਸ ਬੰਦੇ ਨੇ ਰਜਿਸਟਰੀ ਕਰਾਉਣੀ ਹੈ ਉਹਦਾ ਹੋਣਾ ਲਾਜ਼ਮੀ ਹੈ ਜੀ। ਉਹਦਾ ਆਧਾਰ ਕਾਰਡ ਅਤੇ ਪੈਨ ਕਾਰਡ ਲੱਗੇਗਾ। ਜੇ ਖੇਤੀਬਾੜੀਯੋਗ ਜ਼ਮੀਨ ਹੈ ਤਾਂ ਉਹਦੀ ਫਰਦ ਲੱਗੇਗੀ ਜੀ, ਉਹਦੀ ਗਰਦੌਰੀ ਦੀ ਕਾਪੀ ਲੱਗੇਗੀ ਜੀ। ਸਰਪੰਚ ਇਸੇ ਤਰ੍ਹਾਂ ਗਵਾਹਾਂ ਦੇ ਆਧਾਰ ਕਾਰਡ ਲੱਗਣਗੇ। ਠੀਕ ਹੈ। ਫਿਰ ਇਸ 'ਚ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ, 5 ਗਵਾਹ ਜ਼ਰੂਰੀ ਹੈ ਜੀ, ਜੋ ਕਿ ਚੰਗੇ ਸਰਦੇ ਪੁੱਜਦੇ ਹੋਣ, ਜਿਵੇਂ ਕੋਈ ਫੌਜੀ ਹੋਵੇ ਪਿੰਡ ਦਾ, ਕੋਈ ਟੀਚਰ ਹੋਵੇ, ਕੋਈ ਸਰਕਾਰੀ ਮੁਲਾਜ਼ਮ ਹੋਵੇ, ਨੰਬਰਦਾਰ ਹੋਵੇ, ਸਰਪੰਚ ਹੋਵੇ। ਜੀ। ਮਤਲਬ 5 ਗਵਾਹਾਂ ਦੀ ਜਿਹੜੀ ਹੈ ਉੱਥੇ ਹਾਜ਼ਰੀ ਜ਼ਰੂਰੀ ਹੈ ਜੀ। ਠੀਕ ਹੈ। ਇਸੇ ਤਰ੍ਹਾਂ ਜਿਹੜੇ ਬੰਦੇ ਨੇ ਤਬਦੀਲ ਮਲਕੀਤ ਕਰਾਉਣੀ ਹੈ, ਬਲੱਡ ਰਿਲੇਸ਼ਨ ਜਿਹਨੂੰ ਤਬਦੀਲ ਮਲਕੀਤ ਕਹਿੰਦੇ ਆ ਜੀ, ਤਾਂ ਉਸ ਦਾ ਕੁਰਸੀਨਾਮਾ ਬਣਾ ਜ਼ਰੂਰੀ ਹੈ ਜੀ। ਠੀਕ ਹੈ। ਕੁਰਸੀਨਾਮਾ ਨੰਬਰਦਾਰ ਜੋ ਪਿੰਡ ਦੇ ਤੋਂ, ਜੇ ਸ਼ਹਿਰ ਦੀ ਹੈ ਤਾਂ ਆਪਣੇ ਮਿਊਨਸਿਪਲ ਕਮਿਸ਼ਨਰ ਤੋਂ ਤਸਦੀਕ ਹੋਣਾ ਚਾਹੀਦਾ ਜੀ। ਫਿਰ ਹੀ ਇਹ ਰਜਿਸਟਰੀ ਜਿਹੜੀ ਹੈਗੀ ਤਬਦੀਲ ਮਲਕੀਅਤ ਦੀ ਹੋ ਸਕਦੀ ਹੈ। ਇਹਦੇ 'ਚ ਨਾ ਤਾਂ ਕੋਈ ਅਸਟਾਮ ਲੱਗਦਾ ਜੀ, ਨਾ ਸਰਕਾਰੀ ਫੀਸ ਲੱਗਦੀ ਹੈ। ਸਿਰਫ ਜੋ ਕੰਪਿਊਟਰ ਦੇ ਖਰਚੇ ਹੈ ਜਾਂ PLRS ਦੇ ਜਿਹੜੇ ਖਰਚੇ ਹੈਗੇ ਆ ਉਹੀ ਲੱਗਦੇ ਆ, ਹੋਰ ਫालतू ਖਰਚਾ ਕੋਈ ਨਹੀਂ ਲੱਗਦਾ ਜੀ। ਤੇ ਨਾਲ ਹੀ ਜੇਕਰ ਕੋਈ ਵਿਦੇਸ਼ ਦੇ ਵਿੱਚ ਬੈਠਾ ਹੈ ਤਾਂ ਉਹ ਉੱਥੇ ਆ ਨਹੀਂ ਸਕਦਾ, ਕਿਸੇ ਕਾਰਨ ਫਸਿਆ ਹੋਇਆ ਹੈ ਤੇ ਰਜਿਸਟਰੀ ਕਰਾਉਣੀ ਜ਼ਰੂਰੀ ਹੋਵੇ, ਤਾਂ ਕੋਈ ਇਹੋ ਜਿਹਾ ਪ੍ਰੋਸੈਸ ਵੀ ਹੈਗਾ ਹੈ ਕਿ ਬੰਦਾ ਬਾਹਰ ਵਿਦੇਸ਼ ਦੇ ਵਿੱਚ ਆ, ਉਸਨੇ ਜ਼ਮੀਨ ਖਰੀਦਣੀ ਜਾਂ ਵੇਚਣੀ ਆ, ਉਹ ਕਿਸ ਪ੍ਰੋਸੈਸ ਦੇ ਨਾਲ ਕਰਵਾ ਸਕਦਾ ਹੈ? ਉਹ ਆਪਣੇ ਮੁਖਤਿਆਰਨਾਮੇ ਰਾਹੀਂ। ਅੱਛਾ ਜੀ। ਕੋਈ ਵੀ ਵਿਅਕਤੀ ਜੋ ਵਿਦੇਸ਼ 'ਚ ਬੈਠਾ ਹੈ, ਉਹਦੀ ਇੱਥੇ ਜ਼ਮੀਨ ਜਾਇਦਾਦ ਹੈ, ਮਕਾਨ ਹੈ, ਕੋਠੀ ਹੈ, ਉਹ ਵੇਚ ਸਕਦਾ। ਉੱਥੋਂ ਆਪਣਾ ਮੁਖਤਿਆਰਨਾਮਾ ਭੇਜੇ ਜੀ। ਇੱਥੇ ਆ ਕੇ ਕਮਿਸ਼ਨਰ ਤੋਂ ਜਾਂ ਡਿਪਟੀ ਕਮਿਸ਼ਨਰ ਤੋਂ ਮੁਖਤਿਆਰਨਾਮਾ ਇੰਬੋਸ ਹੋ ਜਾਂਦਾ ਜੀ। ਇੰਬੋਸ ਹੋਣ ਤੋਂ ਬਾਅਦ ਉਸ ਵਿਅਕਤੀ ਨੂੰ ਜਿਹਦੇ ਨਾਮ 'ਤੇ ਮੁਖਤਿਆਰਨਾਮਾ ਭੇਜਿਆ ਹੁੰਦਾ ਉਹਨੂੰ ਉਹਦੇ ਸਾਰੇ ਹੱਕ ਹਕੂਕ ਮਿਲ ਜਾਂਦੇ ਆ ਜੀ। ਅਤੇ ਉਹ ਉਸ ਦੀ ਥਾਂ 'ਤੇ ਖੜ੍ਹਾ ਹੋ ਕੇ ਰਜਿਸਟਰੀ ਕਰਾ ਸਕਦਾ। ਅਸੀਂ ਜ਼ਿਕਰ ਕਰ ਲਿਆ ਹੈ ਕਿ ਵਿਦੇਸ਼ ਦੇ ਵਿੱਚ ਬੈਠੇ ਹੋਏ ਲੋਕ ਕਿਸ ਤਰ੍ਹਾਂ ਆਪਣੀ ਰਜਿਸਟਰੀ ਕਰਵਾ ਸਕਦੇ ਨੇ, ਬਲੱਡ ਰਿਲੇਸ਼ਨ ਦੇ ਵਿੱਚ ਰਜਿਸਟਰੀ ਕਿਸ ਤਰ੍ਹਾਂ ਹੋ ਸਕਦੀ ਹੈ। ਇੱਕ ਸ਼ਬਦ ਅਸੀਂ ਪਹਿਲਾਂ ਵੀ ਜ਼ਿਕਰ ਕਰਦੇ ਹਾਂ, ਰਹਿਣ। ਉਹਦੇ ਹਿਸਾਬ ਦੇ ਨਾਲ ਰਜਿਸਟਰੀ, ਜਿਹੜੀ ਰਹਿਣ ਵਾਲੀ ਰਜਿਸਟਰੀ ਆ, ਉਹਦਾ ਕੀ ਪ੍ਰੋਸੈਸ ਹੈ ਜੀ? ਰਹਿਣ ਵਾਲੀ ਰਜਿਸਟਰੀ ਦਾ ਪ੍ਰੋਸੈਸ ਵੀ ਇਹੀ ਹੈ ਜੋ ਵੈਦ ਦੀ ਰਜਿਸਟਰੀ ਦਾ। ਜੀ। ਰਹਿਣ ਕਰਨ ਵਾਲੇ ਵਿਅਕਤੀ ਨੂੰ ਹਾਜ਼ਰ ਹੋਣਾ ਜ਼ਰੂਰੀ ਹੈ। ਹਾਂ, ਜਿਹਦੇ ਨਾਮ ਰਹਿਣ ਕਰਨੀ ਹੈ ਉਹ ਜੇ ਨਹੀਂ ਆ ਸਕਦਾ ਤਾਂ ਉਹਦਾ ਸਰ ਸਕਦਾ, ਉਹਦੀ ਥਾਂ 'ਤੇ ਕੋਈ ਵੀ ਬੰਦਾ ਖੜ੍ਹਾ ਹੋ ਕੇ ਜੀ ਰਜਿਸਟਰੀ ਕਰਵਾ ਸਕਦਾ। ਪਰ ਡਾਕੂਮੈਂਟ ਜਿਹੜੇ ਹੈਗੇ ਆ ਉਸੇ ਬੰਦੇ ਦੇ ਲੱਗਣਗੇ ਜਿਹਦੇ ਨਾਮ 'ਤੇ ਰਹਿਣ ਹੋਣੀ ਹੈ ਜੀ। ਇਸੇ ਤਰ੍ਹਾਂ ਉਸਦਾ ਇੰਤਕਾਲ ਵੀ ਹੋ ਜਾਂਦਾ ਜੀ। ਠੀਕ ਹੈ। ਜਦੋਂ ਬੰਦਾ ਰਹਿਣ ਕਰ ਦਿੰਦਾ, ਅਗਰ ਕੁਝ ਸਮਾਂ ਪਾ ਕੇ ਉਸ ਜ਼ਮੀਨ ਨੂੰ ਵੇਚਣਾ ਚਾਹੁੰਦਾ ਜੀ, ਜੇ ਤਾਂ ਉਸੇ ਵਿਅਕਤੀ ਨੂੰ ਵੇਚਦਾ ਜਿਹਦੇ ਕੋਲ ਰਹਿਣ ਹੈ ਜੀ, ਤਾਂ ਉਸ ਵਿਅਕਤੀ ਦਾ ਇਹ ਫਾਇਦਾ ਹੁੰਦਾ ਹੈ ਕਿ ਜਿੰਨੇ ਪੈਸੇ ਰਹਿਣ ਦੀ ਰਜਿਸਟਰੀ 'ਤੇ ਅਸਟਾਮ ਲਾਏ ਹੈ
ਉਹ ਵੈਦ ਦੀ ਰਜਿਸਟਰੀ ਵੇਲੇ ਉਹਨੂੰ ਸਟਾਂਪ 'ਚ ਕਟੌਤੀ ਮਿਲ ਜਾਂਦੀ ਹੈ। ਜੀ। ਜੇ ਉਹ ਕਿਸੇ ਥਰਡ ਪਾਰਟੀ ਨੂੰ ਵੇਚਦਾ ਹੈ, ਤਾਂ ਉਹ ਕਟੌਤੀ ਨਹੀਂ ਮਿਲਦੀ ਜੀ। ਤਾਂ ਉਹਨੂੰ ਬੰਦੇ ਨੂੰ ਜਿਹੜਾ ਖਰੀਦ ਰਿਹਾ ਉਹਨੂੰ ਪੂਰਾ ਸਟਾਂਪ ਲਾਣਾ ਹੀ ਪੈਂਦਾ। ਇਹ ਸਿਰਫ ਫਾਇਦਾ ਦਿੱਤਾ ਉਹਨਾਂ ਨੂੰ ਜਿਨ੍ਹਾਂ ਨੇ ਪਹਿਲਾਂ ਗਹਿਣੇ ਦੀ ਰਜਿਸਟਰੀ ਆਪਣੇ ਨਾਮ ਕਰਾਈ ਹੋਈ ਹੈ, ਤਾਂ ਮੁੜ ਕੇ ਖਰੀਦ ਵੀ ਉਹੀ ਰਹੇ ਹੈ ਜੀ। ਇਸ ਵਾਸਤੇ ਉਹਨਾਂ ਨੂੰ ਇਹਦਾ ਫਾਇਦਾ ਮਿਲ ਜਾਂਦਾ। ਅਕਸਰ ਦੇਖਿਆ ਜਾਂਦਾ ਹੈ ਕਿ ਕਈ ਵਾਰ ਜਿਸ ਬੰਦੇ ਦੇ ਨਾਮ ਦੇ ਉੱਤੇ ਰਜਿਸਟਰੀ ਹੁੰਦੀ ਆ ਉਹ ਇਸ ਦੁਨੀਆ ਤੋਂ ਚਲਾ ਜਾਂਦਾ ਹੈ, ਮੌਤ ਹੋ ਜਾਂਦੀ ਹੈ, ਅਤੇ ਬਾਅਦ ਦੇ ਵਿੱਚ ਪਰਿਵਾਰ ਨੂੰ ਵਸੀਅਤ ਤੱਕ ਨਹੀਂ ਮਿਲਦੀ ਜਾਂ ਕਿਤੇ ਹੋਰ ਰੱਖੀ ਹੁੰਦੀ ਆ, ਤਾਂ ਉਹ ਕੀ ਪ੍ਰੋਸੈਸ ਹੋ ਸਕਦਾ ਹੈ ਕਿ ਉਸ ਵਿਅਕਤੀ ਦੇ ਪਰਿਵਾਰ ਦੇ ਬੱਚਿਆਂ ਦੇ ਜਾਂ ਉਹਦੇ ਜਿਹੜੇ ਪਿੱਛੇ ਘਰ ਵਾਲੀ ਆ ਉਹਦੇ ਨਾਮ ਉਹ ਰਜਿਸਟਰੀ ਹੋ ਸਕਦੀ ਹੈ ਜੀ? ਨਹੀਂ, ਇੱਦਾਂ ਨਹੀਂ ਹੁੰਦਾ। ਇਹ ਸਰਕਾਰ ਵੱਲੋਂ ਪਟਵਾਰੀ ਦੀ ਡਿਊਟੀ ਲਾਈ ਗਈ ਹੈ ਜੀ ਕਿ ਜੇ ਕੋਈ ਬੰਦਾ ਮਰ ਜਾਂਦਾ ਤਾਂ ਉਸ ਦਾ ਚੌਕੀਦਾਰ ਤੋਂ ਰਿਕਾਰਡ ਲੈ ਕੇ ਉਹ ਉਸ ਦਾ ਵਿਰਾਸਤ ਦਾ ਇੰਤਕਾਲ ਦਰਜ ਕਰੇ। ਜੀ। ਵਿਰਾਸਤ ਦਾ ਇੰਤਕਾਲ ਦਰਜ ਕਰਕੇ ਜਦੋਂ ਜੇ ਬੰਦਾ ਮਰਿਆ ਤਾਂ ਉਹਦੀ ਘਰ ਵਾਲੀ ਜਾਂ ਉਹਦੇ ਜਿੰਨੇ ਬੱਚੇ ਹੈ ਉਹ ਇੰਤਕਾਲ ਵਿਰਾਸਤ ਦਾ ਉਹਨਾਂ ਸਾਰਿਆਂ ਦੇ ਨਾਮ ਹੋ ਜਾਂਦਾ। ਜੇ ਘਰ ਵਾਲੀ ਮਰੀ ਹੈ ਤਾਂ ਘਰ ਵਾਲੇ ਦੇ ਨਾਮ ਅਤੇ ਬਰਾਬਰ ਬੱਚਿਆਂ ਦੇ ਨਾਮ ਇੰਤਕਾਲ ਹੋ ਜਾਂਦਾ। ਜੇ ਉਸਨੇ ਕੋਈ ਵਸੀਅਤ ਲਿਖੀ ਹੋਈ ਹੈ ਪਹਿਲਾਂ ਮਰਨ ਤੋਂ, ਚਾਹੇ ਉਹ ਖਾਨਗੀ ਹੈ ਚਾਹੇ ਦੂਸਰੀ ਹੈ ਰਜਿਸਟਰਡ ਹੈ, ਤਾਂ ਉਹ ਫਿਰ ਜਿਸ ਬੰਦੇ ਦੇ ਹੱਕ 'ਚ ਲਿਖੀ ਹੈ ਉਸ ਬੰਦੇ ਦੇ ਹੱਕ 'ਚ ਹੀ ਹੋ ਸਕਦਾ। ਜੀ। ਅਤੇ ਨਾਲ ਹੀ ਗੱਲ ਕੀਤੀ ਜਾਵੇ ਇੰਤਕਾਲ ਦੀ, ਤਾਂ ਇੰਤਕਾਲ ਕਿੰਨੇ ਕੁ ਸਮੇਂ ਦੇ ਵਿੱਚ ਦਰਜ ਹੋ ਜਾਂਦਾ ਹੈ ਅਤੇ ਕਿੰਨਾ ਕੁ ਜ਼ਰੂਰੀ ਹੈ ਇੰਤਕਾਲ ਰਜਿਸਟਰੀ ਤੋਂ ਬਾਅਦ? ਧਰਮਿੰਦਰ ਜੀ, ਅੱਜ ਕੱਲ੍ਹ ਇੰਤਕਾਲ ਦੀ ਫੀਸ ਰਜਿਸਟਰੀ ਵੇਲੇ ਹੀ ਲੈ ਲਿੱਤੀ ਜਾਂਦੀ ਹੈ। ਜੀ। ਇਹ ਪਿਛਲੇ 15-20 ਸਾਲਾਂ ਤੋਂ ਸਰਕਾਰ ਨੇ ਹੁਕਮ ਕਰਤੇ ਸੀਗੇ। ਉਦੋਂ ਤੋਂ ਰਜਿਸਟਰੀ ਦੇ ਨਾਲ ਹੀ ਇੰਤਕਾਲ ਦੀ ਫੀਸ ਲੈ ਲਈ ਜਾਂਦੀ ਹੈ। ਜੀ। ਉਸੇ ਰਜਿਸਟਰੀ ਦੀ ਇੱਕ ਸਪੇਅਰ ਕਾਪੀ ਨਾਲ ਅਸੀਂ ਦਿੰਦੇ ਹਾਂ ਬਣਾ ਕੇ, ਜਿਹੜੀ ਕਿ ਤਸਦੀਕ ਹੋਣ ਤੋਂ ਬਾਅਦ ਰਜਿਸਟਰੀ ਦਾ ਨੰਬਰ ਡੇਟ ਲੱਗ ਕੇ ਪਟਵਾਰੀ ਕੋਲ ਚਲੀ ਜਾਂਦੀ ਹੈ। ਜਿਹਨੂੰ ਆਪਾਂ ਪਹਿਲਾਂ ਪਰਚਾ ਯਾਦਾਸ਼ਤ ਭੇਜਦੇ ਸੀ, ਹੁਣ ਪਰਚਾ ਯਾਦਾਸ਼ਤ ਦੀ ਬਜਾਏ ਰਜਿਸਟਰੀ ਦੀ ਹੀ ਇੱਕ ਨਕਲ ਪਟਵਾਰੀ ਨੂੰ ਭੇਜ ਦਿੱਤੀ ਜਾਂਦੀ ਹੈ, ਅਤੇ ਉਹਦਾ ਫਰਜ਼ ਬਣਦਾ ਕਿ ਉਹ ਨਾਲ ਦੀ ਨਾਲ 15 ਦਿਨਾਂ ਦੇ ਅੰਦਰ ਅੰਦਰ ਇੰਤਕਾਲ ਦਰਜ ਕਰੇ। ਇੰਤਕਾਲ ਦਰਜ ਕਰਨ ਤੋਂ 15 ਦਿਨਾਂ ਦੇ ਅੰਦਰ ਅੰਦਰ ਸਰਕਲ ਰੈਵਨਿਊ ਅਫਸਰ ਵੱਲੋਂ ਪਹਿਲਾਂ ਕਾਨੂੰਗੋ ਤੋਂ ਪੜਤਾਲ ਹੁੰਦੀ ਹੈ ਉਹਦੀ, ਉਸ ਤੋਂ ਬਾਅਦ ਸਰਕਲ ਰੈਵਨਿਊ ਅਫਸਰ ਵੱਲੋਂ ਉਸ ਨੂੰ ਮਨਜ਼ੂਰ ਕਰ ਦਿੱਤਾ ਜਾਂਦਾ। ਲਗਭਗ ਸਾਰੇ ਪ੍ਰੋਸੈਸ 'ਚ 1 ਮਹੀਨੇ ਦਾ ਟਾਈਮ ਲੱਗਦਾ। ਜੀ। ਪਹਿਲਾਂ ਵੀ ਹੋ ਜਾਂਦਾ, ਜੇ ਪਟਵਾਰੀ ਚੁਸਤ ਹੋਵੇ, ਕੰਮ ਘੱਟ ਹੋਵੇ ਪਟਵਾਰੀ ਕੋਲ, ਤਾਂ ਪਹਿਲਾਂ ਹਫ਼ਤੇ 'ਚ ਵੀ ਹੋ ਸਕਦਾ, 10 ਦਿਨ 'ਚ ਵੀ ਹੋ ਸਕਦਾ। 1 ਮਹੀਨਾ ਤਾਂ ਸਰਕਾਰ ਵੱਲੋਂ ਮਿੱਥੀ ਹੋਈ ਡੇਟ ਹੈ। ਜੀ। ਜਲਿਆਂਵਾਲਾ ਸਾਹਿਬ, ਤੁਸੀਂ ਦੱਸਿਆ ਕਿ ਰਜਿਸਟਰੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ, ਰਜਿਸਟਰੀ ਕਿਵੇਂ ਕਰਵਾਈ ਜਾ ਸਕਦੀ ਹੈ, ਇੰਤਕਾਲ ਕਿਵੇਂ ਚੜ੍ਹਦਾ ਹੈ, ਕਿੰਨਾ ਕੁ ਜ਼ਰੂਰੀ ਹੁੰਦਾ ਹੈ ਇੰਤਕਾਲ ਚੜ੍ਹਵਾਉਣਾ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਦਰਸ਼ਕਾਂ ਨੂੰ ਦੱਸ ਦਈਏ ਕਿ ਅਸੀਂ 2 ਨੰਬਰ ਆਪਣੀ ਸਕਰੀਨ ਦੇ ਉੱਤੇ ਲਗਾਤਾਰ ਫਲੈਸ਼ ਕਰ ਰਹੇ ਹਾਂ। ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਆਪਣਾ ਸਵਾਲ ਸਾਡੇ ਤੱਕ ਪਹੁੰਚਾ ਸਕਦੇ ਹੋ। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣਾ ਸਵਾਲ ਸਾਡੇ ਨਾਲ ਸਿੱਧਾ ਵੀ ਸਾਂਝਾ ਕਰ ਸਕਦੇ ਹੋ। ਜੇਕਰ ਜ਼ਮੀਨ ਜਾਇਦਾਦ ਦਾ ਮਸਲਾ ਤੁਹਾਡਾ ਕੋਈ ਉਲਝਿਆ ਹੋਇਆ ਤਾਂ ਅਸੀਂ ਸੁਲਝਾਉਣ ਦੀ ਕੋਸ਼ਿਸ਼ ਉਸ ਨੂੰ ਜ਼ਰੂਰ ਕਰਾਂਗੇ। ਸੋ ਇਸੇ ਤਰ੍ਹਾਂ ਨਵੀਂ ਚਰਚਾ ਲੈ ਕੇ ਅਗਲੇ ਐਪੀਸੋਡ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ। ਫਿਲਹਾਲ ਇਜਾਜ਼ਤ ਦਿਓ। ਧੰਨਵਾਦ। T5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ।